राजा हर्षवर्धन ने अपने अंगूठे से खून का तिलक किया था टिकैत जी के बाबा को, तब से ही इनका नाम टिकैत पड़ गया। ਇਸ ਵਕਤ ਅਸੀਂ ਖੜੇ ਹਾਂ ਜੀ ਹਰਿਆਣਾ ਦੇ ਸੋਰਮ ਦੇ ਵਿੱਚ, ਜਿੱਥੇ ਗੱਲ ਕੀਤੀ ਜਾਂਦੀ ਹੈ ਆਪਸੀ ਤੁਹਾਨੂੰ ਟਕੈਤ ਪਰਿਵਾਰ ਦੇ ਨਾਲ ਰਾਕੇਸ਼ ਟਕੈਤ ਦੀ ਜਿਹੜਾ ਪਿਛੋਕੜ ਹੈਗਾ ਆ ਉਹਦੇ ਨਾਲ ਜਾਣੂ ਕਰਵਾ ਰਹੇ ਹਾਂ। ਉੱਥੇ ਹੀ ਜੇਕਰ ਅਸੀਂ ਇੱਥੇ ਨਾ ਪਹੁੰਚੀਏ ਇਹ ਤੁਹਾਡੇ ਵਾਸਤੇ ਅਧੂਰੀ ਜਾਣਕਾਰੀ ਹੋਏਗੀ। ਜੇਕਰ ਮੈਂ ਤੁਹਾਨੂੰ ਇੱਥੇ ਦੀ ਜਾਣਕਾਰੀ ਦੇ ਦੇਵਾਂ ਤੇ ਇਹ ਉਹ ਥਾਂ ਆ ਜਿੱਥੇ ਟਕੈਤ, ਜੇਕਰ ਪਰਿਵਾਰ ਦੀ ਗੱਲ ਕੀਤੀ ਜਾਵੇ, ਉਹਨਾਂ ਦੀ ਇੱਕ ਪਰੰਪਰਾ ਹੈਗੀ ਹੈ ਕਿ ਜਿਸ ਵਕਤ ਇੱਕ ਟਕੈਤ ਪਰਿਵਾਰ ਦਾ ਜਿਸ ਵਕਤ ਵੱਡਾ ਬੇਟਾ ਹੁੰਦਾ ਆ ਉਹਨੂੰ ਇੱਕ ਪਰੰਪਰਾਗਤ ਤਰੀਕੇ ਨਾਲ ਇੱਕ ਉਪਾਧੀ ਸੌਂਪੀ ਜਾਂਦੀ ਹੈ ਕਿ ਉਹਦੇ ਨਾਂ ਪਿੱਛੇ ਟਕੈਤ ਲਾਇਆ ਜਾਵੇ। ਤੇ ਉਹ ਇਹੀ ਥਾਂ ਆ ਜਿੱਥੇ ਇਹ ਪਰੰਪਰਾ ਕੀਤੀ ਜਾਂਦੀ ਹੈ, ਜਿੱਥੇ ਇਹ ਉਪਾਧੀ ਦਿੱਤੀ ਜਾਂਦੀ ਹੈ। ਜੇਕਰ ਮੈਂ ਇਸ ਬਿਲਡਿੰਗ ਦੀ ਗੱਲ ਕਰਾਂ, ਇਸ ਥਾਂ ਦੀ ਗੱਲ ਕਰਾਂ, ਇਹ ਬਹੁਤ ਪੁਰਾਣੀ ਬਿਲਡਿੰਗ ਹੈਗੀ ਹੈ। ਜੇਕਰ ਇਹਦੇ ਇਤਿਹਾਸ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਵਾਂ ਤੇ ਇਹ ਇੰਨੀ ਪੁਰਾਣੀ ਬਿਲਡਿੰਗ ਜਿਸ ਵਿੱਚ ਮਹਾਰਾਜੇ ਵੀ ਆ ਚੁੱਕੇ ਨੇ, ਅਕਬਰ ਵਰਗੇ ਮਹਾਰਾਜੇ ਆ ਚੁੱਕੇ ਨੇ। ਇਸ 'ਤੇ ਜੋ ਕਾਰੀਗਰੀ ਕੀਤੀ ਗਈ ਹੈ ਇਹਨੂੰ ਸੰਜੋ ਕੇ ਰੱਖਿਆ ਗਿਆ ਆ। ਇਹਨੂੰ ਸਿਰਫ ਮੇਨਟੇਨ ਕਰਨ ਵਾਸਤੇ ਚੀਜ਼ਾਂ ਨੂੰ ਥੋੜ੍ਹਾ ਬਹੁਤ ਵੱਖਰਾ ਕੀਤਾ ਜਾਂਦਾ ਹੈ, ਲੇਕਿਨ ਅਦਰਵਾਈਜ਼ ਜਿਹੜੀ ਇਹ ਬਿਲਡਿੰਗ ਹੈਗੀ ਆ ਇਹ ਇੱਦਾਂ ਦੀ ਇੱਦਾਂ ਹੀ ਆ। ਇੱਕ ਹੋਰ ਬਹੁਤ ਵੱਡੀ ਗੱਲ ਇਹ ਹੈਗੀ ਹੈ ਕਿ ਜਿਹੜੀ ਇਹ ਬਿਲਡਿੰਗ ਹੈਗੀ ਹੈ, ਜਿੰਨੀਆਂ ਵੀ ਖਾਪ ਪੰਚਾਇਤਾਂ ਹੈਗੀਆਂ ਆ, ਇਹ ਉਹਨਾਂ ਦਾ ਮੁਖਿਆਲੇ ਹੈਗਾ ਆ। ਉਹਨਾਂ ਨੂੰ ਜਿਹੜੇ ਵੀ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਨੇ ਇਸ ਮੁਖਿਆਲੇ ਤੋਂ ਹੋ ਕੇ ਨਿਕਲਦੇ ਨੇ। ਇੱਥੋਂ ਫੈਸਲੇ ਲਏ ਜਾਂਦੇ ਨੇ ਕਿ ਕੀ ਨਿਰਦੇਸ਼ ਦਿੱਤੇ ਜਾਣਗੇ, ਕੀ ਫੈਸਲੇ ਲਏ ਜਾਣਗੇ। ਭਾਵੇਂ ਉਹ ਕਿਸਾਨੀ ਅੰਦੋਲਨ ਹੋਵੇ ਜਾਂ ਇਸ ਤੋਂ ਪਹਿਲਾਂ ਹੋਰ ਬਹੁਤ ਸਾਰੇ ਅੰਦੋਲਨ ਜਿਹੜੇ ਕਿ ਹੋ ਗਏ ਨੇ, ਉਹਨਾਂ ਦੇ ਬਾਰੇ ਵੀ ਬਹੁਤ ਸਾਰੇ ਰਹੱਸ, ਬਹੁਤ ਸਾਰੀ ਚੀਜ਼ਾਂ ਦੀ ਜਿਹੜੀ ਜਾਣਕਾਰੀ ਹੈਗੀ ਹੈ ਇਸ ਮੁਖਿਆਲੇ ਤੋਂ ਹੋ ਕੇ ਨਿਕਲੀ ਹੈ। ਅੱਜ ਵੀ ਇਸ ਮੁਖਿਆਲੇ ਦੇ ਵਿੱਚ ਜਿੰਨੇ ਵੀ ਟਕੈਤ ਰਹਿ ਚੁੱਕੇ ਨੇ, ਜਿੰਨੇ ਵੀ ਟਕੈਤ ਆਉਣ ਵਾਲੇ ਨੇ, ਉਹਨਾਂ ਸਾਰਿਆਂ ਦਾ ਸਾਰਾ ਅਗਲਾ ਵੇਰਵਾ ਸਮਾਇਆ ਹੋਇਆ ਹੈਗਾ ਆ। ਤੇ ਇੱਥੇ ਅਗਰ ਦੇਖਿਆ ਜਾਵੇ, ਇੱਥੇ ਅਸੀਂ ਤੁਹਾਡੀ ਬਹੁਤ ਸਾਰੇ ਲੋਕਾਂ ਨਾਲ ਗੱਲ ਕਰਵਾਵਾਂਗੇ ਜਿਹੜੇ ਮਹਿੰਦਰ ਸਿੰਘ ਟਕੈਤ ਜੀ ਨਾਲ ਵੀ ਸਫ਼ਰ ਕਰ ਚੁੱਕੇ ਨੇ, ਅੱਜ ਰਾਕੇਸ਼ ਟਕੈਤ ਜੀ ਨਾਲ ਵੀ ਸਫ਼ਰ ਕਰ ਰਹੇ ਨੇ, ਤੇ ਕਿਸ ਤਰੀਕੇ ਨਾਲ ਇਹ ਮੁਖਿਆਲੇ ਕੰਮ ਕਰਦਾ ਆ, ਕਿਸ ਤਰੀਕੇ ਨਾਲ ਇੱਥੋਂ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਨੇ। ਇਹ ਸਭ ਕੁਝ ਅਸੀਂ ਤੁਹਾਡੀ ਗੱਲਬਾਤ ਕਰਵਾਵਾਂਗੇ ਇੱਥੇ ਦੇ ਲੋਕਾਂ ਨਾਲ ਗੱਲ ਕਰਕੇ। ਅਸੀਂ ਤੁਹਾਨੂੰ ਇਸ ਬਿਲਡਿੰਗ ਬਾਰੇ ਜਾਣਕਾਰੀ ਦੇ ਰਹੇ ਸੀਗੇ। ਹੁਣ ਮੇਰੇ ਨਾਲ ਇੱਥੇ ਮੌਜੂਦ ਨੇ ਇਸ ਪਿੰਡ ਤੋਂ ਬਹੁਤ ਸਾਰੇ ਲੋਕ ਮੇਰੇ ਨਾਲ ਮੌਜੂਦ ਨੇ। ਇਹਨਾਂ ਦੇ ਨਾਲ ਗੱਲਬਾਤ ਕਰਾਂਗੇ, ਕਿਸਾਨ ਅੰਦੋਲਨ ਬਾਰੇ ਵੀ ਗੱਲਬਾਤ ਕਰਾਂਗੇ, ਲੇਕਿਨ ਉਸ ਤੋਂ ਪਹਿਲਾਂ ਅਸੀਂ ਟਕੈਤ ਪਰਿਵਾਰ ਦੀ ਉਹਦੇ ਪਿਛੋਕੜ ਬਾਰੇ ਗੱਲਬਾਤ ਕਰ ਰਹੇ ਸੀਗੇ, ਉਹਦੇ ਬਾਰੇ ਜਾਣੂ ਕਰਵਾਵਾਂਗੇ ਤੁਹਾਨੂੰ ਸਾਰਿਆਂ ਨੂੰ। ਜਿਹੜੀ ਪਰੰਪਰਾ ਅਸੀਂ ਤੁਹਾਨੂੰ ਦੱਸੀ, ਜਿਸ ਤਰੀਕੇ ਨਾਲ ਪਗੜੀ ਕੀਤੀ ਜਾਂਦੀ ਹੈ, ਉਹਦੀ ਪਹਿਲੇ थोड़ा पिछोकड़ जान लीजिए। किस तरीके से क्या परंपरा है कि पगड़ी बांधी जाती है, तिलक किया जाता है, कहाँ से इसकी शुरुआत हुई और आज कितने टकैत हैं जिनको पगड़ी मिल चुकी है? ये राजा हर्षवर्धन के समय से हुई। राजा हर्षवर्धन ने अपने अंगूठे से खून का तिलक किया था टिकैत जी के बाबा को, तब से ही इनका नाम टिकैत पड़ गया। और ये परंपरागत है, बाबा से लड़के पे, बड़े लड़के पे, फिर उसके लड़के पे, इस तरह ये परंपरा बादस्तूर उसी परिवार में चलती रहेगी। ठीक है, तो ਇੱਥੇ ਮੇਰੇ ਨਾਲ ਮੌਜੂਦ ਨੇ ਇੱਕ ਬਾਪੂ ਜੀ ਮੌਜੂਦ ਨੇ ਜਿਹੜੇ ਮਹਿੰਦਰ ਸਿੰਘ ਟਕੈਤ ਜਿਹੜੇ ਸੀਗੇ, ਉਹਨਾਂ ਨਾਲ ਇਹਨਾਂ ਨੇ ਬਹੁਤ ਸਾਰੇ ਸੰਘਰਸ਼ ਲੜੇ, ਅੰਦੋਲਨ ਕੀਤੇ, ਬਕਾਇਦਾ ਉਹਨਾਂ ਨਾਲ ਜੇਲ੍ਹ ਦਾ ਸਫ਼ਰ ਵੀ ਤੈਅ ਕੀਤਾ। ਇਹਨਾਂ ਤੋਂ ਇਹਨਾਂ ਦੇ ਜੀਵਨ ਦੇ ਫਲਸਫੇ ਬਾਰੇ ਜਾਣਦੇ ਹਾਂ। ਬਾਪੂ जी, मतलब जब आपने शुरुआत की थी, आप महेंद्र सिंह टकैत साहब के साथ जाते थे, कहाँ कहाँ आपने संघर्ष किया, जेल में सफ़र रहा, क्या सफ़र था वो? फतेह हम जनते इससे क्या बता मैं भोपे तक चले जेल के नाम के। हमें बरेली जाकर पुलिस ने घेर लिए और टिकैत साहब को खींच लिया, वे जेल ले गए और हम उल्टे मनते गए लगई बरेली आकर, और बरेली हम जेल में अपने आप दाखिल हो गए। हमें जेल में दाखिल कर दिए और फिर मनते वहाँ ऐसे रहे थे 14 दिन जी। अच्छा, हाँ। पुलिस का क्या व्यवहार था आपके साथ वहाँ पे? पुलिस ने हमें तो कुछ नहीं कहा जी,
अगर मारपीट भी कुछ नहीं करी। और चौधरी साहब को पकड़ के ले गए थे, गाड़ी के सब शीशे बंद कर दिए थे और कोई बाहर निकल ना सके। हाँ बापूजी, अगर हम आज की बात करें, आज इतना बड़ा आंदोलन चल रहा है, किसानों का आंदोलन चल रहा है, हमें पता चला है कि आप भी गाज़ीपुर बॉर्डर जाके आए हैं। आपको आज के आंदोलन में और उस टाइम के आंदोलन में क्या फ़र्क देखने को मिल रहा है? उसमें तो किनी मैनी बात सरकार मान भी लेती, इसमें तो मान ही नहीं रही। हाँ इसमें जीत पकड़ दी खामा खा। अगर यह जरूर है, हाँ सब लोग जब तक बड़े छोटा बड़ा सब टिकैत साहब की गैल हैं, उसका बगल हो नहीं रही। हाँ जो सामान चाह उसे सामान को पूछा मैंने। हाँ तो अगर हम बात करते हैं टिकैत साहब की, एक कहीं ना कहीं 26 जनवरी के बाद जो मोर्चा था उसमें से लोगों की जाने की संख्या बढ़ती जा रही थी। 28 जनवरी की रात वो थोड़ा भावुक भी हुए, वो रो दिए। उन्होंने कहा कि जब तक मेरे गांव से मुझे कोई पानी पिलाने नहीं आता, लोग नहीं आते, तब तक वो पानी नहीं पिएंगे। तब इस गांव का क्या माहौल था? रात को सब लोग को सूचना हुई, पूरा गांव दिवाली की तरह जाग गया। हर घर से आदमी सब रात को ही पानी ले गए, दिल्ली की तरफ को कूच कर गए। अगर सरकार ना मानती, ना पीछे हटती, तो यहाँ का बच्चा बच्चा दिल्ली होता। और यहाँ से रात को पानी गया, जब भी टिकैत साहब ने पानी पिया। तो अब जो मोर्चा है अभी भी अपनी बुलंदियों पे है। आगे किस तरीके से लोगों की संख्या को बढ़ाने का इस गांव से क्या किया जा रहा है, क्या प्रोसेस फॉलो कर रहे हैं आप? यहाँ से 25 आदमी 8 दिन के लिए जाते हैं और वे आ जाते हैं, दूसरे चले जाते हैं। और अभी ये थोड़ा 10-15 दिन गेहूँ कटाई और ईंख बुआई का काम चल रहा है। इसके बाद हर घर से आदमी रहेगा, कोई दिक्कत नहीं है। चाहे ये 2024 तक चले या बाद तक चले, जब तक टिकैत साहब या सरकार हमारी बात नहीं मानती, लोग वहाँ से पीछे नहीं हटेंगे। तो बापूजी, जो ये मुख्यालय है सब खा पंचायतों का, उन सबको किस तरीके से इसके साथ जोड़ के यहाँ से किस तरीके से उन्हें दिशा निर्देश दिए जाते हैं? यहाँ पे इस गांव में एक सरुखाप का मंत्रालय है जी। सरुखाप के जो मंत्री है, उन खापों को सूचित करागा, वे खाप यहाँ आवेगी और मीटिंग होगी। मीटिंग होने के बाद में जो भी निर्देश होगा सब जगह सब पर लागू हो जाओ। तो बापूजी, अगर देखा जाए, जो आपने खुद कहा कि सरकार इस वक्त ज़िद पे अड़ी हुई है, सरकार किसी की बात नहीं मान रही, इतना समय हो गया सबको, पहले सर्दी में बैठे रहे, अब गर्मी में बैठे हैं, आपका सरकार के लिए क्या संदेश है? हमारा तो संदेश है, हम तो नहीं चाह भाई हमारी बात मान ले। हाँ गलत मांगनी कोई। हाँ हाँ किसान सही दे। आज जो प्रधानमंत्री की जबान पर उन्होंने लिख दिया कि भाई बहुत ही दुख की बात है। औरों के लिए तो कहते भी रहे कि भाई मर गए, बहुत दुख की बात है। ये किसान जो शहीद हो लिए वहाँ, वो तो मान ही नहीं रहे कि किसान शहीद हुए हैं। हाँ मान ही तो नहीं रहे, ना दुख मान रहे। तो जैसा वे नहीं मान रहे, ऐसे ही 22 में हम नहीं मान रहे। लेकिन वो अब नरेंद्र तोमर जी बयान दे रहे हैं कि कोरोना बढ़ता जा रहा है, इसलिए किसानों को पीछे मुड़कर चले जाना चाहिए। अच्छा, कोरोना बढ़ता जा रहा है। कोरोना तो पश्चिम बंगाल में बढ़ गया। मैं आज ही टेलीविजन पर देखा, तो ये पीछे मुड़ के आ जाते हैं, मनते वहाँ क्यों मंड रहे हैं? बिल्कुल। ये क्यों मंड रहे पश्चिम बंगाल में? ये वापस आ जाओ, कोरोना तो वहाँ भी है। और मास्क नहीं लगाते और रो कह मास्क लगाओ। हमने देखा आज अमित शाह था, बिल्कुल मास्क नहीं लगा रहा था और उन्होंने फूल फेंक रहा था बस। ਤੇ ਇਹ ਅਸੀਂ ਤੁਹਾਡੀ ਇਸ ਮੁਖਿਆਲੇ ਦੇ ਵਿੱਚ ਇਹਦੇ ਨਾਲ ਵੀ ਤੁਹਾਨੂੰ ਜਾਣੂ ਕਰਵਾਇਆ ਤੇ ਜਿਹੜੇ ਲੋਕ ਇੱਥੇ ਮੌਜੂਦ ਨੇ, ਜਿਹੜੇ ਇਹਦੇ ਨਾਲ ਜੁੜੇ ਹੋਏ ਨੇ, ਇਹਨਾਂ ਦੀਆਂ ਜੜ੍ਹਾਂ ਜੁੜੀਆਂ ਹੋਈਆਂ ਨੇ, ਇਹਨਾਂ ਨਾਲ ਵੀ ਗੱਲਬਾਤ ਕਰਵਾਈ ਕਿ ਇਹ ਕਿਸ ਤਰੀਕੇ ਨਾਲ ਇਸ ਅੰਦੋਲਨ ਨੂੰ ਦੇਖਦੇ ਰਹੇ ਤੇ ਇਸ ਸਰਕਾਰ ਦੇ ਰਵੱਈਏ ਨੂੰ ਦੇਖਦੇ ਨੇ। ਤੇ ਕਰੋਨਾ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈਗੀ ਹੈ ਕਿ ਨਰਿੰਦਰ ਤੋਮਰ ਜੀ ਵੀ ਇੱਕ ਪਾਸੇ ਬਿਆਨ ਦੇ ਰਹੇ ਨੇ ਕਿ ਕਿਸਾਨਾਂ ਨੂੰ ਮੁੜ ਜਾਣਾ ਚਾਹੀਦਾ ਹੈ, ਕਰੋਨਾ ਵੱਧਦਾ ਜਾ ਰਿਹਾ ਹੈ। ਲੋਕਾਂ ਦਾ ਰਵੱਈਆ ਤੁਸੀਂ ਦੇਖ ਲਿਆ ਕਿ ਕਿੰਨਾ ਕੁ ਕਰੋਨਾ ਉਹਨਾਂ ਵਾਸਤੇ ਅਸਰਦਾਰ ਹੈਗਾ ਆ ਤੇ ਕਿੰਨਾ ਕੁ ਸਰਕਾਰਾਂ ਵਾਸਤੇ ਅਸਰਦਾਰ ਹੈਗਾ ਆ।